ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਨਕੇਤ 'ਤੇ। ਕਿਤਾਬ ਰਾਹ ਰਸਤੇ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਨਫ਼ਰਤ ਦੇ ਫੈਲਦੇ ਪਰਛਾਵੇਂ। ਦੋਸਤੋ ਬਹੁਤ ਸੋਹਣੀਆਂ ਗੱਲਾਂ ਨੇ, ਸੋ ਸਾਰਾ ਲੇਖ ਜ਼ਰੂਰ ਸੁਣਿਓ। ਨਿੰਦਾ ਵਾਂਗ ਨਫ਼ਰਤ ਨੂੰ ਪਸੰਦ ਕੋਈ ਨਹੀਂ ਕਰਦਾ, ਪਰ ਨਿੰਦਾ ਵਾਂਗ ਹੀ ਨਫ਼ਰਤ ਕਰਨ ਨੂੰ ਮਾਣਦੇ ਸਾਰੇ ਹਨ। ਜਿਵੇਂ ਉਧਾਰ ਦਾ ਆਨੰਦ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਭੁਗਤਾਨ ਨਾ ਕੀਤਾ ਜਾਵੇ, ਇਵੇਂ ਹੀ ਨਫ਼ਰਤ ਦਾ ਸਵਾਦ ਉਦੋਂ ਤੱਕ ਹੁੰਦਾ ਹੈ ਜਦੋਂ ਤੱਕ ਅਸੀਂ ਆਪ ਦੂਜਿਆਂ ਦੀ ਨਫ਼ਰਤ ਦਾ ਨਿਸ਼ਾਨਾ ਨਹੀਂ ਬਣ ਜਾਂਦੇ। ਕਿਸੇ ਨੂੰ ਨਫ਼ਰਤ ਕਰਨਾ ਉਵੇਂ ਹੀ ਹੈ ਜਿਵੇਂ ਜ਼ਹਿਰ ਅਸੀਂ ਪੀ ਲਈਏ ਅਤੇ ਉਡੀਕ ਆਪਣੇ ਦੁਸ਼ਮਣ ਦੇ ਮਰਨ ਦੀ ਕਰੀਏ। ਮਨੁੱਖ ਦੀ ਆਦਤ ਹੈ ਦੂਜਿਆਂ ਨੂੰ ਗੁਲਾਮ ਬਣਾਉਣਾ, ਦੂਜਿਆਂ ਨੂੰ ਛੋਟਾ ਸਾਬਿਤ ਕਰਕੇ ਆਪਣੇ ਵੱਡੇ ਹੋਣ ਦਾ ਭਰਮ ਪਾਲਣਾ। ਜਾਬਰ ਬਾਦਸ਼ਾਹ, ਵਿਦੇਸ਼ੀ ਹਾਕਮ ਅਤੇ ਜ਼ਾਲਮ ਪਿਤਾ ਵਿੱਚ ਅੰਤਰ ਕੇਵਲ ਗੁਲਾਮਾਂ ਦੀ ਗਿਣਤੀ ਦਾ ਹੀ ਹੁੰਦਾ ਹੈ। ਭਾਵੇਂ ਕੋਈ ਕਿੰਨਾ ਵੀ ਸਿਆਣਾ ਹੋਵੇ, ਉਹ ਕਿਸੇ ਨਾ ਕਿਸੇ ਦੀਆਂ ਨਜ਼ਰਾਂ ਵਿੱਚ ਮੂਰਖ ਅਤੇ ਬੇਵਕੂਫ ਅਵੱਸ਼ ਹੁੰਦਾ ਹੈ। ਕੋਈ ਕਿੰਨਾ ਵੀ ਸਾਊ, ਸਿੱਧਾ ਅਤੇ ਇਮਾਨਦਾਰ ਹੋਵੇ, ਕੋਈ ਨਾ ਕੋਈ ਉਸ ਨੂੰ ਆਪਣੇ ਰਸਤੇ ਦੀ ਰੁਕਾਵਟ ਸਮਝਦਾ ਹੈ ਅਤੇ ਨਫ਼ਰਤ ਕਰਦਾ ਹੈ। ਜਿਉਂ-ਜਿਉਂ ਮੁਕਾਬਲੇ ਦੀ ਬਿਰਤੀ ਵੱਧ ਰਹੀ ਹੈ, ਤਿਉਂ-ਤਿਉਂ ਮਨੁੱਖੀ ਸਬੰਧਾਂ ਅਤੇ ਰਿਸ਼ਤਿਆਂ ਵਿੱਚੋਂ ਧੁੱਪ ਮਿਟਦੀ ਜਾ ਰਹੀ ਹੈ ਅਤੇ ਠੰਡ, ਤਣਾਅ, ਵਿਰੋਧ ਅਤੇ ਨਫ਼ਰਤ ਵੱਧ ਰਹੇ ਹਨ। ਜੋ ਕੁਝ ਅਸੀਂ ਦੂਜਿਆਂ ਦੀ ਪਿੱਠ ਪਿੱਛੇ ਕਹਿਣ ਲੱਗ ਪਏ ਹਾਂ, ਜੇ ਉਹ ਸਭ ਕੁਝ ਉਹਨਾਂ ਦੇ ਸਾਹਮਣੇ ਕਹਿਣ ਲੱਗ ਪਈਏ ਤਾਂ ਸਾਰੇ ਰਿਸ਼ਤਿਆਂ ਅਤੇ ਸਮਾਜ ਦੀ ਹੋਂਦ ਹੀ ਮਿਟ ਜਾਵੇਗੀ। ਅਸੀਂ ਮੂੰਹ ਫੱਟ ਹੋ ਕੇ ਲੰਮੀ ਗੱਲਬਾਤ ਨਹੀਂ ਕਰ ਸਕਦੇ ਅਤੇ ਨਾ ਹੀ ਕਿਸੇ ਨਾਲ ਕੋਈ ਸੁਖਾਵਾਂ ਰਿਸ਼ਤਾ ਉਸਾਰ ਸਕਦੇ ਹਾਂ। ਭੈ, ਬੇਯਕੀਨੀ, ਜ਼ਿੰਦਗੀ ਵਿੱਚ ਦਿਲਚਸਪੀ ਦੀ ਘਾਟ, ਇਕੱਲਤਾ, ਅਸਫਲਤਾ, ਜੀਵਨ ਤੇ ਪਕੜ ਦਾ ਢਿੱਲਾ ਪੈਣਾ ਆਦਿ ਕਾਰਨਾਂ ਕਰਕੇ ਸਮਾਜ ਵਿੱਚ ਨਫ਼ਰਤ ਉਪਜਦੀ ਹੈ। ਸਾਡੀ ਨਫ਼ਰਤ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਅਸੀਂ ਦੂਜਿਆਂ ਦੀਆਂ ਖੁਸ਼ੀਆਂ ਅਤੇ ਸੁੱਖਾਂ ਨੂੰ ਵਧਾ ਚੜ੍ਹਾ ਕੇ ਵੇਖਦੇ ਹਾਂ। ਹਰ ਕੋਈ ਆਪਣੇ ਆਪਣੇ ਛੋਟੇਪਣ ਵਿੱਚ ਲੁਕਿਆ ਹੋਇਆ ਹੈ। ਹਰ ਕੋਈ ਆਪਣੇ ਆਪਣੇ ਲਾਲਚ ਅਤੇ ਲੋਭ ਦੀਆਂ ਰੱਸੀਆਂ ਨਾਲ ਕੱਸਿਆ ਪਿਆ ਹੈ। ਅੰਧ ਵਿਸ਼ਵਾਸ, ਭਰਮ ਭੁਲੇਖੇ, ਪੱਖਪਾਤ ਅਤੇ ਨਫ਼ਰਤ ਦੇ ਜਜ਼ਬੇ ਤਰਕ 'ਤੇ ਆਧਾਰਿਤ ਨਹੀਂ ਹੁੰਦੇ। ਇਸੇ ਲਈ ਤਰਕ ਨਾਲ ਨਾ ਇਹਨਾਂ ਨੂੰ ਸਮਝਿਆ ਜਾ ਸਕਦਾ ਹੈ, ਨਾ ਹੀ ਤਰਕ ਨਾਲ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਪਿਆਰ ਸਵੀਕਾਰਨ ਵਾਲਾ ਰਾਹ ਹੈ, ਨਫ਼ਰਤ ਨਕਾਰਨ ਵਾਲਾ ਰਸਤਾ ਹੈ। ਦੋਵੇਂ ਰਸਤਿਆਂ ਦੀਆਂ ਦਿਸ਼ਾਵਾਂ ਵੱਖਰੀਆਂ ਹਨ। ਜਿਉਣਾ ਇੱਕ ਉਸਾਰੂ ਕਰਮ ਹੈ। ਨਫ਼ਰਤ ਵਿੱਚ ਜਿਉਂਦੇ ਹੋਣ ਦਾ ਅਹਿਸਾਸ ਨਹੀਂ ਹੁੰਦਾ। ਕਿਸੇ ਨੂੰ ਲਗਾਤਾਰ ਨਕਾਰਦੇ ਰਹਿਣ ਲਈ ਅੰਨੀ ਸ਼ਕਤੀ ਲੋੜੀਂਦੀ ਹੈ, ਕਿਉਂਕਿ ਇੱਕ ਭਾਰੀ ਮਜ਼ਬੂਤ ਲੱਕੜ ਹੀ ਲੰਮਾ ਅਰਸਾ ਧੁੱਕ ਸਕਦੀ ਹੈ। ਨਫ਼ਰਤ ਮਨੁੱਖ ਦੀ ਵਿਨਾਸ਼ ਸ਼ਕਤੀ ਦਾ ਪ੍ਰਗਟਾਵਾ ਹੈ। ਸਧਾਰਨ ਹਾਲਾਤਾਂ ਵਿੱਚ ਵੀ ਨਫ਼ਰਤ ਨਾਲ ਦ੍ਰਿਸ਼ਟੀ ਥਿੜਕ ਜਾਂਦੀ ਹੈ। ਜਿਹੜੇ ਲੋਕ ਪੀੜ੍ਹੀ ਦਰ ਪੀੜ੍ਹੀ ਆਰਥਿਕ ਤੰਗੀਆਂ ਦਾ ਸ਼ਿਕਾਰ ਰਹਿੰਦੇ ਹਨ, ਉਹ ਜੀਵਨ ਦੇ ਹਰ ਪੜਾਅ 'ਤੇ ਇੰਨੇ ਅਪਮਾਨਿਤ ਅਤੇ ਜਲੀਲ ਹੋ ਚੁੱਕੇ ਹੁੰਦੇ ਹਨ ਕਿ ਉਹਨਾਂ ਵਿੱਚ ਕੋਮਲ ਭਾਵਨਾਵਾਂ ਮਰ ਜਾਂਦੀਆਂ ਹਨ। ਉਹਨਾਂ ਦੇ ਮਨਾਂ ਵਿੱਚ ਇੰਨੀ ਨਫ਼ਰਤ ਹੁੰਦੀ ਹੈ ਕਿ ਉਹਨਾਂ ਦੀ ਬੋਲੀ ਬੜੀ ਕੁਰੱਖਤ ਹੋ ਜਾਂਦੀ ਹੈ। ਉਹ ਕੋਈ ਵੀ ਭੈੜਾ ਕੰਮ ਬਿਨਾਂ ਕਿਸੇ ਤਣਾਅ ਜਾਂ ਬੋਝ ਦੇ ਕਰ ਸਕਦੇ ਹਨ। ਇਸੇ ਲਈ ਸਾਡੇ ਸਮਾਜ ਵਿੱਚ ਹਿੰਸਾ ਦਾ ਕੰਮ ਅਜਿਹੇ ਲੋਕਾਂ ਤੋਂ ਹੀ ਕਰਵਾਇਆ ਜਾਂਦਾ ਹੈ। ਧਰਮ ਨੇ ਅਮੀਰਾਂ ਨੂੰ ਇਹਨਾਂ ਅਪਮਾਨਿਤ ਹੋਏ ਗਰੀਬਾਂ ਦੇ ਹੱਥੋਂ ਮਾਰੇ ਜਾਣ ਤੋਂ ਬਚਾਈ ਰੱਖਿਆ ਹੈ। ਨਫ਼ਰਤ ਕਾਰਨ ਮਨੁੱਖ ਬਦਲਾ ਲੈਣ ਦਾ ਨਿਰੰਤਰ ਯਤਨ ਕਰਦਾ ਰਹਿੰਦਾ ਹੈ। ਸੋ ਇੰਜ ਲੱਗਣ ਲੱਗ ਪਿਆ ਹੈ ਜਿਵੇਂ ਬਦਲਾ ਲੈਣਾ ਮਨੁੱਖੀ ਫਿਤਰਤ ਹੈ। ਇੱਥੇ ਹੀ ਬਸ ਨਹੀਂ, ਬਦਲਾ ਲੈਣ ਨੂੰ ਮਨੁੱਖ ਨੇ ਮਰਦਾਨਗੀ ਦਾ ਪ੍ਰਮਾਣ ਬਣਾ ਲਿਆ ਹੈ। ਪਿਆਰ, ਸਤਿਕਾਰ, ਸਨੇਹ ਅਤੇ ਸਹਿਯੋਗ ਦੇ ਸੋਮੇ ਸੁੱਕਦੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਹੁਣ ਸਾਡੇ ਜੀਵਨ ਵਿੱਚ ਕਿਸੇ ਦੀ ਪ੍ਰਸ਼ੰਸਾ ਕਰਨ ਦੇ ਅਵਸਰ ਅਤੇ ਸੰਭਾਵਨਾਵਾਂ ਸੁੰਗੜਦੀਆਂ ਜਾ ਰਹੀਆਂ ਹਨ। ਹੁਣ ਸਾਡੇ ਜੀਵਨ ਵਿੱਚ ਮਿਹਰਾਂ ਦੀ ਬਰਸਾਤ ਨਹੀਂ ਹੁੰਦੀ। ਸਾਡੀਆਂ ਕਮਾਈਆਂ ਵਿੱਚ ਹੁਣ ਬਰਕਤ ਨਹੀਂ ਰਹੀ। ਹੁਣ ਤਾਂ ਦਰਖਤ ਪੰਛੀਆਂ ਤੋਂ ਆਲਣੇ ਦਾ ਕਿਰਾਇਆ ਮੰਗਣ ਲੱਗ ਪਏ ਹਨ। ਹੁਣ ਹਰ ਕਿਸੇ ਕੋਲ ਨਫ਼ਰਤ ਕਰਨ ਲਈ ਅਨੇਕਾਂ ਵਿਅਕਤੀ ਹਨ। ਕਈ ਹਨ ਜਿਨ੍ਹਾਂ ਦੀ ਯਾਦ ਹੁਣ ਘਰ ਦਾ ਕੂੜਾ ਕਰਕਟ ਸਾਫ਼ ਕਰਦਿਆਂ ਹੀ ਆਉਂਦੀ ਹੈ। ਅਨੇਕਾਂ ਹਨ ਜਿਨ੍ਹਾਂ ਨੂੰ ਵੇਖਣ ਉਪਰੰਤ ਸਾਡੀਆਂ ਅੱਖਾਂ ਦੁਖਦੀਆਂ ਰਹਿੰਦੀਆਂ ਹਨ। ਕਈ ਹੋਣਗੇ ਜਿਨ੍ਹਾਂ ਨਾਲ ਗੱਲਬਾਤ ਕਰਨ ਉਪਰੰਤ ਤੁਹਾਡੀ ਇੱਛਾ ਹੋਵੇਗੀ ਕਿ ਕਿਸੇ ਜਾਨਵਰ ਨੂੰ ਥਪਕੀ ਦਈਏ, ਕਿਸੇ ਬਾਂਦਰ ਨਾਲ ਮੁਸਕਰਾਈਏ ਅਤੇ ਕਿਸੇ ਊਠ ਅੱਗੇ ਸਤਿਕਾਰ ਨਾਲ ਸਿਰ ਝੁਕਾਈਏ। ਹੁਣ ਅਕਸਰ ਤੁਹਾਡੇ ਨਾਲ ਇਵੇਂ ਵਾਪਰੇਗਾ ਕਿ ਜਦੋਂ ਤੁਸੀਂ ਕਿਸੇ ਮੂਰਖ ਨੂੰ ਭੁੰਨਿਆ ਮੁਰਗਾ ਖਾਂਦੇ ਵੇਖੋਗੇ ਤਾਂ ਤੁਹਾਡੇ ਦਿਲ ਵਿੱਚੋਂ ਚੀਸ ਉੱਠੇਗੀ ਕਿ ਇੱਕ ਵਿਦਵਾਨ ਭੁੰਨਿਆ ਗਿਆ ਹੈ। ਨਿਰਸੰਦੇਹ ਅਸੀਂ ਦੁਨੀਆ ਦੇ ਲੋਕਾਂ ਨੂੰ ਨਲਾਇਕ, ਬੇਵਕੂਫ ਅਤੇ ਮੂਰਖ ਸਿੱਧ ਕਰਦੇ ਹਾਂ, ਪਰ ਜਦੋਂ ਉਹ ਤੁਹਾਡੀ ਪ੍ਰਸ਼ੰਸਾ ਕਰਦੇ ਹਨ ਤਾਂ ਨਿਰਸੰਦੇਹ ਅਸੀਂ ਉਹਨਾਂ ਨੂੰ ਸਿਆਣੇ ਸਮਝਣ ਲੱਗ ਪੈਂਦੇ ਹਾਂ। ਹੁਣ ਅਸੀਂ ਉਹਨਾਂ ਬਾਰੇ ਹੀ ਚੰਗੀ ਰਾਏ ਬਣਾਉਂਦੇ ਹਾਂ ਜਿਹੜੇ ਹਰ ਥਾਂ ਅਤੇ ਹਰ ਹਾਲਤ ਵਿੱਚ ਸਾਡੇ ਨਾਲ ਸਹਿਮਤ ਹੋਣ। ਨਫ਼ਰਤ ਵਿੱਚ ਹੰਕਾਰ ਦਾ ਰਸ ਹੁੰਦਾ ਹੈ। ਨਫ਼ਰਤ ਅਤੇ ਹੰਕਾਰ ਨਾਲ ਭਰੇ ਹੋਏ ਲੋਕ ਦੂਜਿਆਂ ਦੇ ਸਵੈ ਮਾਣ ਨੂੰ ਨਫ਼ਰਤ ਨਾਲ ਘੂਰਦੇ ਹਨ।
ਜਿਵੇਂ ਸੰਤ ਕਿਸੇ ਦੂਜੇ ਸੰਤ ਦੀ ਮਹਿਮਾ ਨਹੀਂ ਸੁਣ ਸਕਦਾ, ਜਿਵੇਂ ਇੱਕ ਰਾਜਸੀ ਆਗੂ ਕਿਸੇ ਹੋਰ ਰਾਜਸੀ ਆਗੂ ਦੇ ਗੁਣ ਨਹੀਂ ਚਿਤਵ ਸਕਦਾ, ਉਵੇਂ ਹੀ ਇੱਕ ਨਫ਼ਰਤੀ ਬਿਰਤੀ ਵਾਲਾ ਵਿਅਕਤੀ ਇਹ ਕਦੇ ਨਹੀਂ ਸਹਾਰਦਾ ਕਿ ਕਿਸੇ ਵਿਸ਼ੇਸ਼ ਵਿਅਕਤੀ ਨੂੰ ਨਫ਼ਰਤ ਕਰਨ ਵਿੱਚ ਕੋਈ ਹੋਰ ਉਸ ਤੋਂ ਅੱਗੇ ਲੰਘ ਜਾਵੇ। ਦੁਸ਼ਮਣ ਦੀ ਲਾਸ਼ ਵਿੱਚੋਂ ਬੂ ਨਹੀਂ ਆਉਂਦੀ। ਜਿਸ ਵਿਅਕਤੀ ਨੂੰ ਜ਼ਿੰਦਗੀ ਦੀਆਂ ਸਧਾਰਨ ਤਸੱਲੀਆਂ ਅਤੇ ਖੁਸ਼ੀਆਂ ਨਹੀਂ ਮਿਲੀਆਂ ਹੁੰਦੀਆਂ, ਉਹ ਦੂਜਿਆਂ ਨੂੰ ਆਪਣੀਆਂ ਘਾਟਾਂ ਦਾ ਦੋਸ਼ੀ ਮਿੱਥ ਕੇ ਨਫ਼ਰਤ ਕਰਨ ਦੀ ਤਸੱਲੀ ਲੱਭਣ ਲੱਗ ਪੈਂਦਾ ਹੈ। ਮਨੁੱਖ ਦਾ ਪ੍ਰਮੁੱਖ ਉਦੇਸ਼ ਪ੍ਰਸੰਨ ਹੋਣਾ ਹੁੰਦਾ ਹੈ, ਪਰ ਉਹ ਇਹ ਵੀ ਸਹਿਣ ਨਹੀਂ ਕਰ ਸਕਦਾ ਕਿ ਕੋਈ ਹੋਰ ਉਸ ਤੋਂ ਵਧੇਰੇ ਪ੍ਰਸੰਨ ਹੋਵੇ। ਦੁਰਘਟਨਾ ਦੋ ਪ੍ਰਕਾਰ ਦੀ ਹੁੰਦੀ ਹੈ, ਤੁਹਾਡੇ ਨਾਲ ਵਾਪਰੀ ਮਾੜੀ ਘਟਨਾ ਅਤੇ ਤੁਹਾਡੇ ਗੁਆਂਢੀ ਨਾਲ ਵਾਪਰੀ ਚੰਗੀ ਘਟਨਾ। ਚੋਣਾਂ ਵਿੱਚ ਬਹੁਤਿਆਂ ਦਾ ਉਦੇਸ਼ ਆਪ ਜਿੱਤਣਾ ਨਹੀਂ ਹੁੰਦਾ, ਦੂਜਿਆਂ ਨੂੰ ਹਰਾਉਣਾ ਹੁੰਦਾ ਹੈ। ਸਮਾਜਿਕ ਖੇਤਰ ਵਿੱਚ ਜਦੋਂ ਕਿਸੇ ਪੁਰਸ਼ ਦੇ ਕਿਸੇ ਇਸਤਰੀ ਨਾਲ ਸੰਬੰਧ ਸੁਖਾਵੇਂ ਨਾ ਰਹਿਣ ਤਾਂ ਉਸ ਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਇਹ ਤਾਂ ਬੁੱਢੀ ਹੁੰਦੀ ਜਾ ਰਹੀ ਹੈ, ਜਾਂ ਇਸਤਰੀ ਸੋਚਦੀ ਹੈ ਚੰਗਾ ਹੋਇਆ ਖਹਿੜਾ ਛੁੱਟਿਆ, ਨਹੀਂ ਤਾਂ ਜੀਵਨ ਭਰ ਦਾ ਰੋਗ ਲੱਗ ਜਾਣਾ ਸੀ। ਨਿਰਸੰਦੇਹ ਨਫ਼ਰਤੀ ਦ੍ਰਿਸ਼ਟੀ ਹਰ ਚੀਜ਼ ਨੂੰ ਕਰੂਪ, ਕੋਝੀ, ਬਦਸੂਰਤ ਅਤੇ ਨੀਵਾਂ ਬਣਾਉਂਦੀ ਚਲੀ ਜਾਂਦੀ ਹੈ। ਨਫ਼ਰਤ ਦੀ ਅੱਗ ਸੌਖਿਆਂ ਨਹੀਂ ਬੁਝਦੀ। ਨਫ਼ਰਤ ਮਨੁੱਖ ਨੂੰ ਸੰਘੇੜਦੀ ਹੈ, ਤੰਗ ਕਰਦੀ ਹੈ, ਹੰਕਾਰ ਵਿੱਚ ਬੰਨ੍ਹ ਦਿੰਦੀ ਹੈ, ਜਦੋਂ ਕਿ ਸ਼ਰਧਾ ਫੈਲਾਉਂਦੀ ਹੈ, ਉੱਚਾ ਚੁੱਕਦੀ ਹੈ, ਬੰਧਨ ਤੋੜਦੀ ਅਤੇ ਹਰ ਚੀਜ਼ ਨੂੰ ਦੂਜੀ ਨਾਲ ਜੋੜਦੀ ਹੈ। ਸ਼ਰਧਾਵਾਨ ਲੋਕਾਂ ਲਈ ਧਰਤੀ ਸੂਰਜ ਦੁਆਲੇ ਸ਼ਰਧਾ ਨਾਲ ਪਰਿਕਰਮਾ ਕਰਦੀ ਪ੍ਰਤੀਤ ਹੁੰਦੀ ਹੈ। ਪੰਛੀਆਂ ਦੀਆਂ ਆਵਾਜ਼ਾਂ ਵਿੱਚੋਂ ਕੀਰਤਨ ਸੁਣਾਈ ਦਿੰਦਾ ਹੈ, ਪਰ ਨਫ਼ਰਤ ਵਾਲੇ ਵਿਅਕਤੀ ਨੂੰ ਪੰਛੀਆਂ ਦੀਆਂ ਆਵਾਜ਼ਾਂ ਚੀਕ ਚਿਹਾੜਾ ਹੀ ਪ੍ਰਤੀਤ ਹੁੰਦੀਆਂ ਹਨ। ਫੁੱਲ ਲਗਾਉਣ ਵਾਲਿਆਂ ਦੀ ਗਿਣਤੀ ਸਦਾ ਹੀ ਘੱਟ ਅਤੇ ਤੋੜਨ ਵਾਲਿਆਂ ਦੀ ਸਦਾ ਵਧੇਰੇ ਹੁੰਦੀ ਹੈ। ਜਾਪਾਨੀ ਬਾਗਾਂ ਵਿੱਚ ਲਿਖਿਆ ਹੁੰਦਾ ਹੈ, ਫੁੱਲਾਂ ਨੂੰ ਤੁਹਾਡੀ ਉਡੀਕ ਰਹਿੰਦੀ ਹੈ। ਫਰਾਂਸੀਸੀ ਬਾਗਾਂ ਵਿੱਚ ਲਿਖਿਆ ਮਿਲਦਾ ਹੈ, ਜਿਹੜੇ ਕੁਦਰਤ ਨੂੰ ਪਿਆਰ ਕਰਦੇ ਹਨ ਉਹ ਫੁੱਲ ਨਹੀਂ ਤੋੜਦੇ। ਅਫਗਾਨੀ ਬਾਗਾਂ ਵਿੱਚ ਬੋਰਡ ਲੱਗੇ ਹੁੰਦੇ ਹਨ, ਇੱਥੇ ਫੁੱਲ ਉਗਾਉਣਾ ਮਨ੍ਹਾ ਹੈ। ਬੜੀ ਅਜੀਬ ਗੱਲ ਹੈ ਕਿ ਸੰਸਾਰ ਵਿੱਚ ਨਫ਼ਰਤ ਕਰਨ ਵਾਲੇ ਹੀ ਜੀਵਨ ਵਿੱਚ ਪਿਆਰ ਦੀ ਘਾਟ ਦੀ ਦੁਹਾਈ ਦੇ ਰਹੇ ਹਨ। ਅਜੋਕੇ ਯੁੱਗ ਵਿੱਚ ਗਰੀਬ ਉਹ ਹੈ ਜਿਸ ਨੂੰ ਕੋਈ ਨਫ਼ਰਤ ਨਹੀਂ ਕਰਦਾ, ਜਿਸ ਦਾ ਕੋਈ ਦੁਸ਼ਮਣ ਨਹੀਂ ਅਤੇ ਜਿਸ ਨੂੰ ਚੋਰੀ ਜਾਂ ਲੁੱਟੇ ਜਾਣ ਦਾ ਕੋਈ ਸੰਸਾ ਅਤੇ ਭੈ ਨਹੀਂ। ਕਈ ਲੋਕਾਂ ਨੂੰ ਪਤਨਾਲੇ ਵਿੱਚੋਂ ਆਸਮਾਨ ਵੇਖਣ ਦੀ ਆਦਤ ਹੁੰਦੀ ਹੈ। ਅਜਿਹੇ ਲੋਕ ਹਰ ਚੀਜ਼ ਨੂੰ ਸੌੜਾ, ਤੰਗ, ਬੰਦ ਅਤੇ ਸੰਕੀਰਣ ਕਰ ਲੈਂਦੇ ਹਨ। ਉਹ ਆਪ ਹੀ ਨਹੀਂ ਸੁੰਗੜਦੇ, ਉਹਨਾਂ ਦਾ ਸੰਸਾਰ ਵੀ ਸੁੰਗੜ ਜਾਂਦਾ ਹੈ। ਉਹਨਾਂ ਦੇ ਆਲੇ ਦੁਆਲੇ ਤੋਂ ਤੇਜ਼ਾਬ ਦੀ ਗੰਧ ਆਉਂਦੀ ਰਹਿੰਦੀ ਹੈ। ਅਜਿਹੇ ਵਿਅਕਤੀ ਜੀਵਨ ਦੀਆਂ ਕੋਮਲ ਕਲਾਵਾਂ ਅਤੇ ਸੂਖਮ ਜਜ਼ਬਿਆਂ ਤੋਂ ਦੂਰ ਹੁੰਦੇ ਹਨ ਅਤੇ ਅੰਤ ਨੂੰ ਉਹ ਇੰਨੇ ਇਕੱਲੇ ਅਤੇ ਮੁਰਝਾ ਜਾਂਦੇ ਹਨ ਕਿ ਉਹਨਾਂ ਨੂੰ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਦਾ ਵੀ ਸਾੜਾ ਹੋਣ ਲੱਗ ਪੈਂਦਾ ਹੈ। ਉਹ ਹਰ ਚੀਜ਼ ਨੂੰ ਡੇਗਣ, ਭੰਨਣ ਅਤੇ ਤੋੜਨ ਦੀ ਬਿਰਤੀ ਨਾਲ ਵੇਖਦੇ ਹਨ। ਨਫ਼ਰਤ ਨੂੰ ਉਪਜਾਉਣ ਅਤੇ ਫੈਲਾਉਣ ਦਾ ਕਾਰਜ ਮੁੱਖ ਤੌਰ 'ਤੇ ਰਾਜਨੀਤੀ ਜਾਂ ਮੁਕਾਬਲੇ ਦੀ ਭਾਵਨਾ ਕਰਦੀ ਹੈ। ਜਿੱਥੇ ਵੀ ਮੁਕਾਬਲੇ ਦੀ ਸੰਭਾਵਨਾ ਹੋਵੇਗੀ, ਉੱਥੇ ਰਾਜਨੀਤੀ ਜਾਂ ਰਾਜਨੀਤੀ ਦੇ ਪੈਂਤੜੇ ਵੀ ਹੋਣਗੇ। ਨਫ਼ਰਤ ਦੀ ਭਾਵਨਾ ਦੇ ਉਸਰੀ ਹੋਣ ਕਾਰਨ ਰਾਜਨੀਤੀ ਦੀ ਮਜਬੂਰੀ ਹੈ ਕਿ ਕਿਸੇ ਇੱਕ ਪਾਰਟੀ, ਧੜੇ ਜਾਂ ਜਥੇਬੰਦੀ ਵਿੱਚ ਰਹਿ ਕੇ ਸਮੁੱਚੀ ਮਨੁੱਖਤਾ ਬਾਰੇ ਨਹੀਂ ਸੋਚਿਆ ਜਾ ਸਕਦਾ। ਵਾਸਤਵਿਕਤਾ ਇਹ ਹੈ ਕਿ ਰਾਜਸੀ ਨੇਤਾ ਨਾ ਕਿਸੇ ਨੂੰ ਪਿਆਰ ਕਰਦੇ ਹਨ, ਨਾ ਹੀ ਕਿਸੇ ਦਾ ਹਿੱਤ ਪਾਲਦੇ ਹਨ। ਉਹ ਆਪਣੇ ਸਵਾਰਥ ਅਤੇ ਦੂਜਿਆਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਚਲਾਏ ਚੱਲਦੇ ਹਨ। ਉਹ ਸਾਰੇ ਇਹੀ ਸਿੱਧ ਕਰਦੇ ਹਨ ਕਿ ਉਹੀ ਦੇਸ਼ ਅਤੇ ਕੌਮ ਦੇ ਸ਼ੁਭ ਚਿੰਤਕ ਹਨ ਅਤੇ ਬਾਕੀ ਸਾਰੇ ਦੁਸ਼ਮਣ ਹਨ। ਰਾਜਨੀਤੀ ਅਤੇ ਧਰਮ ਕਈ ਪੱਖਾਂ ਤੋਂ ਇੱਕ ਦੂਜੇ ਨਾਲ ਮੇਲ ਖਾਂਦੇ ਹਨ। ਮਹਾਂਪੁਰਸ਼ਾਂ ਦਾ ਉਦੇਸ਼ ਭੇਦਭਾਵ ਨੂੰ ਖਤਮ ਕਰਨਾ ਹੁੰਦਾ ਹੈ, ਪਰ ਅਨੁਯਾਈਆਂ ਦਾ ਇਹ ਉਦੇਸ਼ ਨਹੀਂ ਹੁੰਦਾ। ਜਦੋਂ ਧਰਮ ਜਥੇਬੰਦੀ ਦਾ ਰੂਪ ਧਾਰ ਲੈਂਦਾ ਹੈ ਤਾਂ ਇਹ ਰਾਜਨੀਤਿਕ ਲੀਹਾਂ 'ਤੇ ਟਲ ਜਾਂਦਾ ਹੈ। ਹਰ ਧਰਮ ਆਪਣੇ ਅਨੁਯਾਈਆਂ ਨੂੰ ਜਥੇਬੰਦ ਕਰਕੇ, ਆਪਣੀ ਹੋਂਦ ਨੂੰ ਖਤਰਾ ਦੱਸ ਕੇ, ਦੂਜਿਆਂ ਨੂੰ ਆਪਣੇ ਦੁਸ਼ਮਣ ਮਿੱਥ ਕੇ, ਮੁਹਿੰਮਾਂ, ਮੋਰਚੇ ਤੇ ਜਹਾਦ ਛੇੜਨ ਦਾ ਕਾਰਜ ਕਰਕੇ ਰਾਜਨੀਤਿਕ ਸ਼ਕਤੀ ਦੀ ਪ੍ਰਾਪਤੀ ਦੇ ਰਾਹ ਪੈ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਧਰਮ ਦੇ ਉੱਚੇ ਅਸੂਲ ਰਾਜਨੀਤੀ ਨੂੰ ਪ੍ਰੇਰਨਾ ਦਿੰਦੇ, ਪਰ ਹੋਇਆ ਇਵੇਂ ਨਹੀਂ। ਜੋ ਨਹੀਂ ਸੀ ਹੋਣਾ ਚਾਹੀਦਾ ਉਹ ਇਹ ਹੈ ਕਿ ਰਾਜਨੀਤੀ ਕੇਵਲ ਧਰਮ ਵਿੱਚ ਹੀ ਨਹੀਂ, ਸਗੋਂ ਹਰ ਖੇਤਰ ਦੇ ਹਰ ਵਰਤਾਰੇ ਵਿੱਚ ਪ੍ਰਵੇਸ਼ ਕਰ ਗਈ ਹੈ। ਧੋਖਾ, ਬੇਵਿਸ਼ਵਾਸੀ, ਝੂਠ ਆਦਿ ਰਾਜਨੀਤਿਕ ਵਿਹਾਰ ਦੇ ਆਧਾਰ ਬਣ ਗਏ ਹਨ। ਜਿਹੜੇ ਆਪਣੇ ਧਰਮ, ਦੇਸ਼ ਅਤੇ ਸਮਾਜ ਨੂੰ ਧੋਖਾ ਦੇ ਸਕਦੇ ਹਨ, ਕੋਈ ਵੀ ਧੋਖਾ ਉਹਨਾਂ ਦੇ ਵਿੱਤੋਂ ਬਾਹਰ ਨਹੀਂ ਹੁੰਦਾ। ਜੇਕਰ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਨਫ਼ਰਤ ਦੋ ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਪ੍ਰਕਾਰ ਦੀ ਨਫ਼ਰਤ ਵਿੱਚ ਵਿਅਕਤੀ ਨੂੰ ਪਿਆਰ ਕੀਤਾ ਜਾਂਦਾ ਹੈ, ਪਰ ਉਸ ਦੀਆਂ ਭੈੜੀਆਂ ਗੱਲਾਂ ਜਾਂ ਆਦਤਾਂ ਨੂੰ ਨਫ਼ਰਤ ਕੀਤੀ ਜਾਂਦੀ ਹੈ। ਮਾਪੇ ਆਪਣੇ ਬੱਚਿਆਂ ਦੀਆਂ ਕੁਰੀਤੀਆਂ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਦੋਸ਼ਾਂ ਨੂੰ ਪਸੰਦ ਨਹੀਂ ਕਰਦੇ।
ਅਜਿਹੀ ਨਫ਼ਰਤ ਦਾ ਉਦੇਸ਼ ਬੱਚਿਆਂ ਜਾਂ ਵਿਦਿਆਰਥੀਆਂ ਨੂੰ ਸੁਧਾਰਨਾ ਅਤੇ ਸਵੱਛ ਬਿਰਤੀ ਵਾਲਾ ਬਣਾਉਣਾ ਹੁੰਦਾ ਹੈ। ਦੂਜੀ ਪ੍ਰਕਾਰ ਦੀ ਨਫ਼ਰਤ ਸਾੜੇ ਅਤੇ ਈਰਖਾ ਦੀ ਤੀਬਰ ਭਾਵਨਾ ਵਿੱਚ ਉਪਜਦੀ ਹੈ। ਦੂਜੀ ਧਿਰ ਨੂੰ ਅਸੀਂ ਆਪਣੇ ਵਿਕਾਸ ਜਾਂ ਉਦੇਸ਼ ਪ੍ਰਾਪਤੀ ਦੇ ਰਾਹ ਦੀ ਰੁਕਾਵਟ ਮਿੱਥ ਕੇ ਉਸ ਨੂੰ ਅਤੇ ਉਸ ਨਾਲ ਸੰਬੰਧਿਤ ਹਰ ਵਿਅਕਤੀ ਅਤੇ ਵਸਤੂ ਨੂੰ ਨਫ਼ਰਤ ਕਰਨ ਲੱਗ ਪੈਂਦੇ ਹਾਂ। ਨਫ਼ਰਤ ਦਾ ਉਦੇਸ਼ ਦੂਜੀ ਧਿਰ ਨੂੰ ਨੀਚ, ਕਮੀਨਾ, ਧੋਖੇਬਾਜ਼ ਆਦਿ ਸਿੱਧ ਕਰਕੇ ਆਪਣੇ ਆਪ ਨੂੰ ਪੀੜਤ ਧਿਰ ਸਿੱਧ ਕਰਨਾ ਹੁੰਦਾ ਹੈ। ਜ਼ਰੂਰੀ ਨਹੀਂ ਕਿ ਨਫ਼ਰਤ ਝੂਠ ਬੋਲ ਕੇ ਹੀ ਕੀਤੀ ਜਾਵੇ, ਇਹ ਸੱਚ ਨੂੰ ਵਿਗਾੜ ਕੇ ਵੀ ਕੀਤੀ ਜਾ ਸਕਦੀ ਹੈ। ਆਮ ਕਰਕੇ ਸਾਡੀ ਨਫ਼ਰਤ ਦਾ ਨਿਸ਼ਾਨਾ ਕੋਈ ਇੱਕ ਵਿਅਕਤੀ, ਇੱਕ ਪਰਿਵਾਰ ਜਾਂ ਇੱਕ ਵਰਗ ਹੁੰਦਾ ਹੈ। ਸਮਾਜਿਕ ਖੇਤਰ ਵਿੱਚ ਨਫ਼ਰਤ ਅਨੇਕ ਪੱਧਰਾਂ 'ਤੇ ਪਲਦੀ ਅਤੇ ਫੈਲਦੀ ਹੈ। ਅਮੀਰ ਗਰੀਬ ਨੂੰ ਨਫ਼ਰਤ ਕਰਦਾ ਹੈ ਕਿ ਇਹ ਮਿਹਨਤ ਘੱਟ ਕਰਦਾ ਹੈ ਅਤੇ ਉਜਰਤ ਵੱਧ ਮੰਗਦਾ ਹੈ। ਗਰੀਬ ਅਮੀਰ ਨੂੰ ਨਫ਼ਰਤ ਕਰਦਾ ਹੈ ਕਿ ਉਹ ਉਸ ਦੇ ਖੂਨ ਪਸੀਨੇ ਨੂੰ ਨਿਚੋੜਦਾ ਹੈ। ਹਿੰਦੂ ਮੁਸਲਮਾਨਾਂ ਨੂੰ, ਮੁਸਲਮਾਨ ਈਸਾਈਆਂ ਨੂੰ, ਪਾਕਿਸਤਾਨੀ ਭਾਰਤੀਆਂ ਨੂੰ ਅਤੇ ਭਾਰਤੀ ਚੀਨੀਆਂ ਨੂੰ ਆਪਣੇ ਲਈ ਖਤਰਾ ਜਾਣ ਕੇ ਨਫ਼ਰਤ ਕਰਦੇ ਹਨ। ਸਾਡੀ ਗੱਲਬਾਤ ਦਾ 3/4 ਨਾਲੋਂ ਵਧੇਰੇ ਭਾਗ ਕਿਸੇ ਨਾ ਕਿਸੇ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਹੁੰਦਾ ਹੈ। ਧਰਮ, ਜਥੇਬੰਦੀਆਂ, ਪਾਰਟੀਆਂ, ਕੰਪਨੀਆਂ ਆਦਿ ਸਮੂਹਿਕ ਨਫ਼ਰਤ ਕਰਨ ਦਾ ਓਹਲਾ ਪ੍ਰਦਾਨ ਕਰਦੀਆਂ ਹਨ। ਜਦੋਂ ਨਫ਼ਰਤ ਤੀਬਰ ਸ਼ਬਦਾਵਲੀ ਰਾਹੀਂ ਪ੍ਰਗਟਾਵੇ ਦਾ ਰੂਪ ਧਾਰ ਲੈਂਦੀ ਹੈ ਤਾਂ ਉਸ ਨੂੰ ਨਿੰਦਾ ਕਹਿੰਦੇ ਹਨ। ਕਿਸੇ ਵੀ ਭਾਸ਼ਾ ਵਿੱਚ ਜਦੋਂ ਧਿਆਨ ਨਾਲ ਵੇਖੀਏ ਤਾਂ ਉਸ ਵਿੱਚ ਪਿਆਰ, ਸਨੇਹ ਅਤੇ ਸਹਿਯੋਗ ਵਾਲੀ ਸ਼ਬਦਾਵਲੀ ਦੇ ਮੁਕਾਬਲੇ ਨਿੰਦਾ ਅਤੇ ਨਫ਼ਰਤ ਵਾਲੀ ਸ਼ਬਦਾਵਲੀ ਕਈ ਗੁਣਾ ਵਧੇਰੇ ਮਿਲ ਜਾਵੇਗੀ। ਗਾਲਾਂ ਲੋਕਾਂ ਦੀ ਆਪਣੇ ਵਿਰੋਧੀਆਂ ਪ੍ਰਤੀ ਡੂੰਘੀ ਨਫ਼ਰਤ ਅਤੇ ਬਲਾਤਕਾਰੀ ਰੁਚੀ ਦਾ ਸ਼ਾਬਦਿਕ ਪ੍ਰਗਟਾਵਾ ਹੁੰਦੀਆਂ ਹਨ। ਕਿਸੇ ਵੀ ਵਿਅਕਤੀ, ਪਰਿਵਾਰ ਜਾਂ ਸਮੂਹ ਲਈ ਵਿਸ਼ੇਸ਼ਣਾਂ ਦੀ ਵਰਤੋਂ ਪੱਖਪਾਤ ਤੋਂ ਮੁਕਤ ਹੋ ਕੇ ਕੀਤੀ ਹੀ ਨਹੀਂ ਜਾ ਸਕਦੀ। ਨਫ਼ਰਤ ਵਾਲੀ ਸ਼ਬਦਾਵਲੀ ਨੂੰ ਅਸੀਂ ਵਧੇਰੇ ਜੋਸ਼ ਨਾਲ ਉਚਾਰਦੇ ਹਾਂ। ਨਿੰਦਾ ਨਾਲ ਨਫ਼ਰਤ ਨਹੀਂ ਉਪਜਦੀ, ਨਫ਼ਰਤ ਨਾਲ ਨਿੰਦਾ ਉਪਜਦੀ ਹੈ। ਜੇਕਰ ਜੀਵਨ ਅਤੇ ਅਖਬਾਰਾਂ ਵਿੱਚੋਂ ਨਫ਼ਰਤ ਕੱਢ ਦਿੱਤੀ ਜਾਵੇ ਤਾਂ ਬਹੁ ਗਿਣਤੀ ਲਈ ਜਿਉਣਾ ਇੱਕ ਮੁਸੀਬਤ ਬਣ ਜਾਵੇਗੀ। ਸਭ ਪ੍ਰਕਾਰ ਦੇ ਵਿਰੋਧ ਨਫ਼ਰਤ ਦੀ ਭਾਵਨਾ ਤੋਂ ਹੀ ਸ਼ਕਤੀ ਪ੍ਰਾਪਤ ਕਰਦੇ ਹਨ। ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਨਫ਼ਰਤ ਵਿੱਚ ਰਸ ਕਿੱਥੋਂ ਅਤੇ ਕਿਵੇਂ ਉਪਜਦਾ ਹੈ। ਵਿਸ਼ਾਲ ਦ੍ਰਿਸ਼ਟੀ ਨਾਲ ਸੋਚਿਆ ਜਾਵੇ ਤਾਂ ਅਸੀਂ ਸਾਰੇ ਕਿਸੇ ਨਾ ਕਿਸੇ ਪੱਖੋਂ ਥੋੜ੍ਹੇ ਹੋਣ ਕਾਰਨ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹਾਂ। ਸੋ ਸਾਡੇ ਲਈ ਕਿਸੇ ਨੂੰ ਚੰਗੇਰਾ ਅਤੇ ਉਚੇਰਾ ਮੰਨਣਾ ਪਰੇਸ਼ਾਨੀ ਦਾ ਕਾਰਨ ਬਣਦਾ ਹੈ। ਅਸੀਂ ਹਰ ਸਮੇਂ ਆਪਣੇ ਆਪ ਨੂੰ ਆਪਣੇ ਨਾਲ ਸੰਬੰਧਿਤ ਵਿਅਕਤੀਆਂ ਨਾਲ ਤੋਲਦੇ ਮਾਪਦੇ ਰਹਿੰਦੇ ਹਾਂ। ਦੂਜਿਆਂ ਨਾਲ ਵਿਚਰਦੇ ਹੋਇਆਂ ਅਸੀਂ ਦੋ ਢੰਗਾਂ ਦੀ ਵਰਤੋਂ ਕਰ ਸਕਦੇ ਹਾਂ। ਦੂਜੇ ਦੇ ਬਰਾਬਰ ਜਾਂ ਉਸ ਤੋਂ ਉੱਚਾ ਉੱਠਣ ਲਈ ਭਰਪੂਰ ਮਿਹਨਤ ਕਰੀਏ ਜਾਂ ਉਸ ਦੇ ਅਸਲੀ ਜਾਂ ਝੂਠੇ ਦੋਸ਼ਾਂ ਔਗੁਣਾਂ ਦਾ ਪ੍ਰਚਾਰ ਕਰਕੇ ਉਸ ਨੂੰ ਆਪਣੇ ਨਾਲੋਂ ਨੀਵਾਂ ਸਾਬਤ ਕਰੀਏ। ਮਨੁੱਖ ਦਾ ਮਨ ਉਚਾਣਾ ਵੱਲ ਜਾਣ ਦੀ ਥਾਂ ਨਿਵਾਣਾ ਵੱਲ, ਔਖੀਆਂ ਮੁਹਿੰਮਾਂ ਦੀ ਥਾਂ ਸੌਖੀਆਂ ਜਿੱਤਾਂ ਵੱਲ ਦੌੜਦਾ ਹੈ। ਅਸੀਂ ਪਹਿਲਾ ਢੰਗ ਤਿਆਗ ਕੇ ਦੂਜਾ ਢੰਗ ਅਪਣਾ ਲੈਂਦੇ ਹਾਂ ਅਤੇ ਦੂਜੀ ਧਿਰ ਨੂੰ ਨਿੰਦ ਕੇ ਆਪਣੇ ਚੰਗੇ ਹੋਣ ਦਾ ਭਰਮ ਪਾਲਦੇ ਹਾਂ। ਸਾਡਾ ਜੀਵਨ ਤਰਕ, ਵਿਵੇਕ ਅਤੇ ਬੁੱਧੀ ਦੇ ਆਸਰੇ ਨਹੀਂ, ਸਗੋਂ ਭਰਮਾਂ ਅਤੇ ਭੁਲੇਖਿਆਂ ਦੇ ਆਸਰੇ ਚੱਲਦਾ ਹੈ। ਬਹੁਤੇ ਲੋਕ ਆਪਣੀਆਂ ਤਾਂਘਾਂ ਅਤੇ ਭਾਵਨਾਵਾਂ ਦੇ ਸੰਘਣੇ ਰੂਪ ਨੂੰ ਤਰਕ ਸਮਝਣ ਦਾ ਭੁਲੇਖਾ ਖਾ ਜਾਂਦੇ ਹਨ। ਜੇ ਕਿਸੇ ਖੇਤਰ ਵਿੱਚ ਦੋਵੇਂ ਵਿਰੋਧੀ ਭੈੜੇ ਹਨ ਤਾਂ ਦੋਵੇਂ ਦੂਜੀ ਧਿਰ ਨੂੰ ਆਪਣੇ ਨਾਲੋਂ ਵਧੇਰੇ ਭੈੜੀ ਸਿੱਧ ਕਰਨਗੇ। ਸਮਾਜ ਵਿੱਚ ਝੂਠ, ਬੇਈਮਾਨੀ ਆਦਿ ਦੇ ਚੱਲਣ ਦਾ ਕਾਰਨ ਹੀ ਇਹ ਹੈ ਕਿ ਹਰ ਬੇਈਮਾਨ ਨੇ ਆਪਣੇ ਸਾਹਮਣੇ ਇੱਕ ਵਡੇਰਾ ਬੇਈਮਾਨ ਮਿਥਿਆ ਹੋਇਆ ਹੈ, ਜਿਸ ਦਾ ਧਿਆਨ ਧਰ ਕੇ ਉਹ ਆਪਣੇ ਆਪ ਨੂੰ ਧਰਵਾਸ ਦਿੰਦਾ ਹੈ ਕਿ ਉਹ ਉਸ ਜਿੰਨਾ ਬੇਈਮਾਨ ਤਾਂ ਨਹੀਂ। ਨਫ਼ਰਤ ਵਿੱਚੋਂ ਪ੍ਰਾਪਤ ਹੋਣ ਵਾਲੇ ਰਸ ਦਾ ਦੂਜਾ ਸਰੋਤ ਆਪਣੇ ਔਗਣਾਂ ਨੂੰ ਛੁਪਾਉਣਾ ਅਤੇ ਇਹਨਾਂ ਦਾ ਦੋਸ਼ ਦੂਜਿਆਂ ਤੇ ਮੜਨਾ ਹੁੰਦਾ ਹੈ। ਅਸੀਂ ਆਪਣੀਆਂ ਘਾਟਾਂ ਦਾ ਦੋਸ਼ ਆਪਣੇ ਸਿਰ ਲੈਣ ਦੀ ਥਾਂ ਆਪਣੇ ਮਾਪਿਆਂ, ਅਧਿਆਪਕਾਂ, ਸਹਿਕਰਮੀਆਂ, ਸਮਾਜਿਕ ਆਰਥਿਕ ਹਾਲਤਾਂ ਆਦਿ ਦੇ ਸਿਰ ਮੜ ਕੇ ਆਪਣੇ ਆਪ ਨੂੰ ਦੋਸ਼ ਮੁਕਤ ਸਮਝਣ ਲੱਗ ਪੈਂਦੇ ਹਾਂ। ਮਨੁੱਖੀ ਮਨ ਦੀ ਇਹ ਬੜੀ ਸੂਖਮ ਤਰਕੀਬ ਹੈ ਕਿ ਅਸੀਂ ਔਗਣ ਵੀ ਨਹੀਂ ਤਿਆਗਦੇ ਅਤੇ ਆਪਣੇ ਆਪ ਨੂੰ ਔਗਣ ਭਰਿਆ ਵੀ ਨਹੀਂ ਮੰਨਦੇ। ਹੁੰਦੇ ਹੁੰਦੇ ਸਾਨੂੰ ਆਪਣੇ ਔਗਣ ਦਿਸਣੇ ਹੀ ਬੰਦ ਹੋ ਜਾਂਦੇ ਹਨ ਅਤੇ ਦੂਜੇ ਸੁਭਾਵਿਕ ਹੀ ਸਾਡੀ ਨਫ਼ਰਤ ਦਾ ਨਿਸ਼ਾਨਾ ਹੋ ਨਿਬੜਦੇ ਹਨ। ਅਸੀਂ ਆਪ ਸਾਫ਼ ਕੱਪੜੇ ਪਾਉਣ ਦੀ ਥਾਂ ਦੂਜਿਆਂ ਦੇ ਕੱਪੜਿਆਂ 'ਤੇ ਊਜਾਂ ਦੇ ਛਿੱਟੇ ਪਾ ਕੇ ਉਹਨਾਂ ਦੇ ਕੱਪੜਿਆਂ ਸਮੇਤ ਉਹਨਾਂ ਦੇ ਨਾਂ ਨੂੰ ਮੈਲਾ ਕਰ ਦਿੰਦੇ ਹਾਂ। ਅਦਾਲਤਾਂ, ਜੇਲ੍ਹਾਂ ਆਦਿ ਵਿੱਚ ਮੁਜਰਮ ਇਸ ਤਰਤੀਬ ਨੂੰ ਆਮ ਵਰਤਦੇ ਹਨ ਅਤੇ ਸਿੱਧ ਕਰਨ ਦਾ ਯਤਨ ਕਰਦੇ ਹਨ ਕਿ ਕਸੂਰ ਉਹਨਾਂ ਦਾ ਨਹੀਂ, ਪਰਿਸਥਿਤੀਆਂ ਅਤੇ ਸਮਾਜ ਦਾ ਹੈ।
ਨਿੰਦਾ ਅਤੇ ਨਫ਼ਰਤ ਦਾ ਤੀਜਾ ਸਰੋਤ ਲੋਭ ਬਿਰਤੀ ਹੈ। ਲੋਭ ਅਤੇ ਲਾਲਚ ਉਹਨਾਂ ਵਸਤਾਂ ਜਾਂ ਵਰਤਾਰਿਆਂ ਸੰਬੰਧੀ ਹੁੰਦਾ ਹੈ ਜਿਨ੍ਹਾਂ ਦੀ ਮੰਗ ਵਧੇਰੇ ਹੋਵੇ ਅਤੇ ਪੂਰਤੀ ਦੀਆਂ ਸੰਭਾਵਨਾਵਾਂ ਘੱਟ ਹੋਣ। ਲੋਭ ਅਤੇ ਲਾਲਚ ਵਸ ਨਫ਼ਰਤ ਸਮੁੱਚੀ ਮਾਨਵ ਜਾਤੀ ਦਾ ਸਾਂਝਾ ਲੱਛਣ ਹੈ। ਨਫ਼ਰਤ ਦਾ ਇੱਕ ਹੋਰ ਸਰਬ ਵਿਆਪਕ ਕਾਰਨ ਸਾਡੀ ਕਾਮ ਭੁੱਖ ਹੈ। ਭੋਜਨ ਦੀਆਂ ਲੋੜਾਂ ਪੂਰੀਆਂ ਹੋ ਜਾਣ ਉਪਰੰਤ ਮਨੁੱਖ ਕਾਮ ਭੁੱਖ ਦੀ ਪੂਰਤੀ ਲਈ ਤਾਂਘਦਾ ਹੈ। ਕਾਮ ਭੁੱਖ ਤੋਂ ਮੁਕਤ ਹੋਣ ਜਾਂ ਇਸ ਤੋਂ ਉੱਚੇ ਉੱਠਣ ਦਾ ਯਤਨ ਤਾਂ ਅਸੀਂ ਸਾਰੇ ਕਰਦੇ ਹਾਂ, ਪਰ ਉਭਰਨ ਦੀ ਥਾਂ ਇਸ ਵਿੱਚ ਡੂੰਘੇ ਧੱਸਦੇ ਜਾਂਦੇ ਹਾਂ। ਆਪਣੀ ਬੇਕਾਬੂ ਕਾਮ ਭੁੱਖ ਨੂੰ ਯੋਗ ਸਾਬਤ ਕਰਨ ਵਾਸਤੇ ਅਸੀਂ ਮਹਾਂਪੁਰਖਾਂ ਅਤੇ ਦੇਵਤਿਆਂ ਨਾਲ ਵੀ ਅਜਿਹੀਆਂ ਅਨੇਕਾਂ ਕਹਾਣੀਆਂ ਜੋੜ ਲਈਆਂ ਹਨ ਜਿਨ੍ਹਾਂ ਤੋਂ ਭਲੀ ਭਾਂਤ ਸਾਬਤ ਹੋ ਜਾਵੇ ਕਿ ਕਾਮ ਭੁੱਖ ਤੋਂ ਕਿਸੇ ਵੀ ਹਾਲਤ ਵਿੱਚ ਮੁਕਤ ਨਹੀਂ ਹੋਇਆ ਜਾ ਸਕਦਾ। ਕਾਮ ਦੀ ਇੱਛਾ ਵਿੱਚੋਂ ਦੂਜੇ ਤੇ ਕਬਜ਼ੇ ਦੀ ਭਾਵਨਾ ਉਪਜਦੀ ਹੈ ਅਤੇ ਦੂਜੀ ਧਿਰ ਨੂੰ ਆਪਣੇ ਤੱਕ ਸੀਮਿਤ ਕਰਨ ਲਈ ਅਸੀਂ ਸੱਚੀ ਝੂਠੀ ਯੋਗ ਅਯੋਗ ਹਰ ਪ੍ਰਕਾਰ ਦੀ ਵਿਧੀ ਦੀ ਵਰਤੋਂ ਕਰਦੇ ਹਾਂ। ਇਸ ਉਦੇਸ਼ ਦੀ ਪ੍ਰਾਪਤੀ ਵਿੱਚ ਅਨੇਕਾਂ ਵਿਘਨ ਪੈਂਦੇ ਅਤੇ ਪਾਏ ਜਾਂਦੇ ਹਨ ਅਤੇ ਨਫ਼ਰਤਾਂ ਦਾ ਇੱਕ ਸਿਲਸਿਲਾ ਆਰੰਭ ਹੋ ਜਾਂਦਾ ਹੈ ਜਿਹੜਾ ਬਲਾਤਕਾਰ ਅਤੇ ਕਤਲ ਜਿਹੀਆਂ ਘਟਨਾਵਾਂ ਵਿੱਚ ਪ੍ਰਗਟ ਹੁੰਦਾ ਹੈ। ਨਫ਼ਰਤ, ਨਿੰਦਾ ਅਤੇ ਗੁੱਸੇ ਨੂੰ ਆਪਣੀ ਮਰਦਾਨਗੀ, ਅਣਖ, ਸਵੈ-ਮਾਣ ਆਦਿ ਦੀ ਪਛਾਣ ਬਣਾ ਕੇ ਅਸੀਂ ਅਮਨ ਚੈਨ ਤਾਂ ਗਵਾਉਂਦੇ ਹੀ ਹਾਂ, ਅਸੀਂ ਆਪਣੀ ਹਉਮੈ ਨੂੰ ਵੀ ਇੰਨਾ ਵਧਾ ਲੈਂਦੇ ਹਾਂ ਕਿ ਮਾਫ਼ ਕਰਨਾ ਜਾਂ ਨਿਮਰ ਹੋਣਾ ਸਾਨੂੰ ਆਪਣੀ ਹਾਰ ਪ੍ਰਤੀਤ ਹੋਣ ਲੱਗ ਪੈਂਦੀ ਹੈ। ਬੜੀ ਦੇਰ ਮਗਰੋਂ ਇਹ ਸਮਝ ਆਉਂਦੀ ਹੈ ਕਿ ਅਸੀਂ ਆਪਣਾ ਕਿੰਨਾ ਸਮਾਂ, ਸ਼ਕਤੀ ਅਤੇ ਵਸੀਲੇ ਨਫ਼ਰਤ ਜਿਹੇ ਅਣਉਪਜਾਊ, ਅਰਥਹੀਣ ਅਤੇ ਭੈੜੇ ਕਾਰਜ ਵਿੱਚ ਨਸ਼ਟ ਕਰ ਦਿੱਤੇ ਹਨ। ਇਸੇ ਕਰਕੇ ਕਹਿੰਦੇ ਹਨ ਕਿ ਹਰ ਨਫ਼ਰਤ ਅਤੇ ਹਰ ਸਾੜੇ ਦਾ ਅੰਤ ਪਛਤਾਵੇ ਵਿੱਚ ਹੁੰਦਾ ਹੈ। ਨਿਰਸੰਦੇਹ ਜਦੋਂ ਜੀਵਨ ਦੇ ਉੱਚੇ ਆਦਰਸ਼ ਅਤੇ ਉੱਚੀਆਂ ਖੁਸ਼ੀਆਂ ਪ੍ਰਾਪਤ ਹੋ ਜਾਣ ਤਾਂ ਨਫ਼ਰਤ ਜਿਹੇ ਜਜ਼ਬੇ ਬੜੇ ਨੀਵੇਂ ਰਹਿ ਜਾਂਦੇ ਹਨ। ਕਿਸੇ ਕਲਾ ਦੇ ਲੜ ਲੱਗ ਕੇ ਜਾਂ ਸਾਹਿਤ ਪੜ੍ਹਨ ਨਾਲ ਸਾਨੂੰ ਸੰਸਾਰ ਵਧੇਰੇ ਸਾਫ਼ ਦਿਖਾਈ ਦੇਣ ਦੇ ਨਾਲ ਨਾਲ ਸਾਡੀ ਤਸੱਲੀ ਅਤੇ ਪ੍ਰਸੰਨਤਾ ਵੀ ਵੱਧ ਜਾਂਦੀ ਹੈ। ਅਸੀਂ ਆਪਣੇ ਪਰਿਵਾਰ ਦੀ ਥਾਂ ਸਮੁੱਚੇ ਸਮਾਜ ਅਤੇ ਸੰਸਾਰ ਬਾਰੇ ਸੋਚਣ ਲੱਗ ਪੈਂਦੇ ਹਾਂ। ਕੇਵਲ ਆਪਣੇ ਪਰਿਵਾਰ ਬਾਰੇ ਸੋਚਣ ਨਾਲ ਦ੍ਰਿਸ਼ਟੀ ਸੰਕੀਰਣ ਹੋ ਜਾਂਦੀ ਹੈ, ਜਦੋਂ ਕਿ ਸਮਾਜ ਅਤੇ ਸੰਸਾਰ ਬਾਰੇ ਸੋਚਣ ਨਾਲ ਸਾਡਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ ਅਤੇ ਸਾਡਾ ਮਨ ਪ੍ਰਸੰਨਤਾ ਅਨੁਭਵ ਕਰਦਾ ਹੈ। ਪ੍ਰਸੰਨਤਾ ਦਾ ਪ੍ਰਮੁੱਖ ਸਰੋਤ ਵਿਅਕਤੀ ਦਾ ਆਪਣਾ ਘਰ ਅਤੇ ਪਰਿਵਾਰ ਹੁੰਦਾ ਹੈ। ਹੋਰ ਭਾਵੇਂ ਉਹ ਕਿਸੇ ਲਈ ਵੀ ਨਾ ਹੋਵੇ, ਪਰ ਆਪਣੇ ਬੱਚਿਆਂ ਲਈ ਪ੍ਰੇਰਨਾ ਸਰੋਤ ਤਾਂ ਉਹ ਬਣ ਹੀ ਸਕਦਾ ਹੈ। ਭੁੱਲਣਾ ਨਹੀਂ ਚਾਹੀਦਾ ਕਿ ਜੇ ਬੱਚਿਆਂ ਦੀ ਆਲੋਚਨਾ ਹੀ ਕਰਦੇ ਰਹੋਗੇ ਤਾਂ ਉਹ ਵੀ ਸਾਰਾ ਸਮਾਂ ਦੂਜਿਆਂ ਨੂੰ ਭੰਡਣ ਵਿੱਚ ਹੀ ਗੁਜ਼ਾਰ ਦੇਣਗੇ। ਜੇ ਉਹਨਾਂ ਦੀਆਂ ਸੁਭਾਵਿਕ ਭਾਵਨਾਵਾਂ ਦਾ ਵਿਰੋਧ ਕਰੋਗੇ ਤਾਂ ਉਹ ਹਿੰਸਕ ਹੋ ਨਿਬੜਨਗੇ। ਜੇ ਉਹਨਾਂ ਨੂੰ ਮਾਊ ਬਿੱਲੀਆਂ ਅਤੇ ਭੂਤਾਂ ਦਾ ਡਰ ਪਾਓਗੇ ਤਾਂ ਉਹ ਹਰ ਚੀਜ਼ ਤੋਂ ਡਰਨਗੇ। ਜੇ ਉਹਨਾਂ ਨੂੰ ਆਪਣੀ ਗੋਦੀ ਵਿੱਚੋਂ ਹੀ ਨਹੀਂ ਲਾਹੋਗੇ ਤਾਂ ਉਹ ਨਿੱਕੀਆਂ ਨਿੱਕੀਆਂ ਅਸਫਲਤਾਵਾਂ ਤੇ ਹੀ ਢੇਰੀ ਢਾਹ ਬੈਠਣਗੇ। ਜੇ ਉਹਨਾਂ ਦਾ ਮਖੌਲ ਉਡਾਓਗੇ ਤਾਂ ਉਹ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਲੁਕਣ ਲੱਗ ਪੈਣਗੇ। ਜੇ ਉਹਨਾਂ ਵਿੱਚੋਂ ਸਾੜਾ ਅਤੇ ਨਫ਼ਰਤ ਨਹੀਂ ਕੱਢੋਗੇ ਤਾਂ ਉਹਨਾਂ ਦਾ ਦ੍ਰਿਸ਼ਟੀਕੋਣ ਸੰਕੀਰਣ ਹੋ ਜਾਵੇਗਾ। ਜੇ ਉਹਨਾਂ ਨੂੰ ਹਰ ਵੇਲੇ ਸ਼ਰਮਸਾਰ ਕਰਦੇ ਰਹੋਗੇ ਤਾਂ ਉਹ ਕਦੇ ਵੀ ਹੀਣ ਭਾਵਨਾ ਤੋਂ ਮੁਕਤ ਨਹੀਂ ਹੋਣਗੇ। ਪਰ ਜੇ ਤੁਸੀਂ ਉਹਨਾਂ ਨਾਲ ਸਬਰ ਨਾਲ ਪੇਸ਼ ਆਓਗੇ ਤਾਂ ਉਹ ਧੀਰਜਵਾਨ ਹੋ ਨਿਬੜਨਗੇ। ਜੇ ਉਹਨਾਂ ਵਿੱਚ ਹੌਸਲਾ ਅਤੇ ਆਤਮ ਵਿਸ਼ਵਾਸ ਭਰੋਗੇ ਤਾਂ ਉਹ ਅਸੰਭਵ ਨੂੰ ਸੰਭਵ ਕਰ ਵਿਖਾਉਣਗੇ। ਜੇ ਉਹਨਾਂ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰੋਗੇ ਤਾਂ ਉਹਨਾਂ ਵਿੱਚ ਦੂਜਿਆਂ ਦੇ ਗੁਣਾਂ ਨੂੰ ਸਲਾਹੁਣ ਦੀ ਦਲੇਰੀ ਉਪਜੇਗੀ। ਜੇ ਉਹਨਾਂ ਨੂੰ ਉਹਨਾਂ ਦੀਆਂ ਘਾਟਾਂ ਸਾਹਿਤ ਪ੍ਰਵਾਨ ਕਰੋਗੇ ਤਾਂ ਉਹਨਾਂ ਨੂੰ ਵੀ ਦੂਜਿਆਂ ਨਾਲ ਰਹਿਣ ਅਤੇ ਵਸਣ ਦੀ ਜਾਚ ਆ ਜਾਵੇਗੀ। ਜੇ ਉਹਨਾਂ ਨਾਲ ਪਿਆਰ ਅਤੇ ਸਨੇਹ ਨਾਲ ਵਰਤੋਗੇ ਤਾਂ ਉਹ ਸਾਰੇ ਸੰਸਾਰ ਨੂੰ ਆਪਣਾ ਸਮਝਣਗੇ। ਜੇ ਉਹਨਾਂ ਨੂੰ ਇਮਾਨਦਾਰੀ ਅਤੇ ਵਫਾਦਾਰੀ ਸਿਖਾਈ ਜਾਵੇਗੀ ਤਾਂ ਉਹ ਸੱਚ ਅਤੇ ਇਨਸਾਫ ਦੇ ਹਾਮੀ ਹੋ ਨਿਬੜਨਗੇ। ਜੇ ਉਹਨਾਂ ਨੂੰ ਸੁਰੱਖਿਆ ਦੀ ਭਾਵਨਾ ਪ੍ਰਦਾਨ ਕੀਤੀ ਜਾਵੇਗੀ ਤਾਂ ਉਹ ਨਿਆਸਰਿਆਂ ਅਤੇ ਨਿਉਟਿਆਂ ਦੀ ਢਾਲ ਬਣਨਗੇ। ਜੇ ਉਹਨਾਂ ਨੂੰ ਸਰਬੱਤ ਦੇ ਭਲੇ ਦਾ ਸਬਕ ਪੜ੍ਹਾਇਆ ਜਾਵੇਗਾ ਤਾਂ ਉਹ ਦੂਜਿਆਂ ਪ੍ਰਤੀ ਨਫ਼ਰਤ ਅਤੇ ਸਾੜੇ ਦੀ ਭਾਵਨਾ ਤੋਂ ਮੁਕਤ ਹੋ ਜਾਣਗੇ ਅਤੇ ਉਹ ਪ੍ਰਸੰਨ ਇਨਸਾਨ ਬਣਨਗੇ। ਪ੍ਰਸੰਨ ਵਿਅਕਤੀ ਨੂੰ ਕਦੇ ਵੀ ਨਿੰਦਾ ਕਰਨ, ਲਾਟਰੀ ਪਾਉਣ ਜਾਂ ਜੂਆ ਖੇਡਣ ਜਾਂ ਕਿਸੇ ਤੋਂ ਕੁਝ ਖੋਹਣ ਦਾ ਖਿਆਲ ਨਹੀਂ ਆਉਂਦਾ। ਨਫ਼ਰਤ ਤੋਂ ਮੁਕਤ ਹੋਣ ਲਈ ਜੀਵਨ ਦੇ ਉੱਚੇ ਆਦਰਸ਼ ਉਸਾਰਨੇ ਪੈਣਗੇ ਅਤੇ ਸੱਚੇ ਉਦੇਸ਼ ਮਿੱਥਣੇ ਪੈਣਗੇ। ਇਸ ਸੰਬੰਧ ਵਿੱਚ ਸਾਹਿਤ ਸਹਿਯੋਗੀ ਹੋ ਸਕਦਾ ਹੈ। ਸਾਹਿਤ ਦਾ ਸੰਬੰਧ ਆਜ਼ਾਦ ਲੋਕਾਂ ਨਾਲ ਹੁੰਦਾ ਹੈ, ਨਫ਼ਰਤ ਕਰਨ ਵਾਲੇ ਗੈਰ ਜ਼ਿੰਮੇਵਾਰ ਲੋਕਾਂ ਨਾਲ ਨਹੀਂ। ਜਿੱਥੇ ਹੰਕਾਰ ਹੋਵੇਗਾ ਉੱਥੇ ਸ਼ਿਕਾਇਤ ਅਤੇ ਨਫ਼ਰਤ ਵੀ ਹੋਵੇਗੀ। ਜਿੱਥੇ ਹੰਕਾਰ ਨਹੀਂ ਉੱਥੇ ਧੰਨਵਾਦ ਹੋਵੇਗਾ।
ਜਾਵੇਗਾ। 21ਵੀਂ ਸਦੀ ਵਿੱਚ ਨਫ਼ਰਤੀ ਵਾਤਾਵਰਣ ਵਿੱਚ ਜਿਉਣਾ ਆਪਣੇ ਆਪ ਵਿੱਚ ਇੱਕ ਬਿਮਾਰੀ ਹੋਵੇਗੀ। ਸੋ ਧੰਨਵਾਦ ਦੀ ਬਿਰਤੀ ਤੋਂ ਬਿਨਾਂ ਮਨੁੱਖ ਵੱਡੇ ਅਤੇ ਖੁੱਲ੍ਹੇ ਘਰਾਂ ਵਿੱਚ ਵੀ ਕੈਦ ਹੀ ਭੁਗਤਣਗੇ। ਜੇਕਰ ਲਾਇਬ੍ਰੇਰੀਆਂ ਦਾ ਆਕਾਰ ਅਤੇ ਮਹੱਤਵ ਘਟਦਾ ਗਿਆ ਤਾਂ ਉਸੇ ਅਨੁਪਾਤ ਵਿੱਚ ਹਸਪਤਾਲਾਂ, ਪਾਗਲਖਾਨਿਆਂ ਅਤੇ ਜੇਲ੍ਹ ਦਾ ਖੇਤਰਫਲ ਫੈਲਦਾ ਜਾਵੇਗਾ। ਧੰਨਵਾਦ ਦੀ ਬਿਰਤੀ ਤੋਂ ਬਿਨਾਂ ਸ਼ਰਧਾਵਾਨ ਨਹੀਂ ਹੋਇਆ ਜਾ ਸਕਦਾ। ਸ਼ਰਧਾਵਾਨ ਹੋਏ ਬਿਨਾਂ ਅੰਦਰਲੀ ਖੁਸ਼ੀ ਨੂੰ ਨਹੀਂ ਮਾਣਿਆ ਜਾ ਸਕਦਾ। ਮਨੁੱਖ ਹੀ ਪਰਮਾਤਮਾ ਨੂੰ ਨਹੀਂ ਖੋਜ ਰਿਹਾ, ਪਰਮਾਤਮਾ ਵੀ ਮਨੁੱਖ ਨੂੰ ਖੋਜ ਰਿਹਾ ਹੈ। ਨਫ਼ਰਤ ਨੂੰ ਜੇ ਬਹੁਮਤ ਦਾ ਸਮਰਥਨ ਵੀ ਮਿਲ ਜਾਵੇ ਤਾਂ ਵੀ ਇਹ ਨਫ਼ਰਤ ਹੀ ਰਹਿੰਦੀ ਹੈ। ਨਫ਼ਰਤ ਕਰਨ ਨਾਲ ਅਸੀਂ ਕਿਧਰੇ ਨਹੀਂ ਪਹੁੰਚਦੇ, ਸਗੋਂ ਜਿੱਥੇ ਹੁੰਦੇ ਹਾਂ ਉੱਥੇ ਤਿਲਕਦੇ ਰਹਿੰਦੇ ਹਾਂ। ਜਿਨ੍ਹਾਂ ਖੂਹਾਂ ਦੇ ਪਾਣੀ ਖਾਰੇ ਹੁੰਦੇ ਹਨ ਉਹ ਕਦੇ ਪਨਘਟ ਨਹੀਂ ਬਣਦੇ, ਉਹ ਕਦੇ ਕਿਸੇ ਦੀ ਪਿਆਸ ਨਹੀਂ ਬੁਝਾਉਂਦੇ। ਸੋ ਦੋਸਤੋ, ਇਸ ਨੂੰ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਇਹ ਗੱਲਾਂ ਉਹ ਨੇ ਜਿਨ੍ਹਾਂ ਨੂੰ ਹਰ ਕਿਸੇ ਨੂੰ ਨੋਟ ਕਰਨੀਆਂ ਚਾਹੀਦੀਆਂ ਹਨ। ਸੋ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।